ਹੁਣ ਅਸੀਂ ਇਹ ਇਸ ਲਈ ਪਾਇਆ ਹੈ, ਇਹਦਾ ਇੱਕ ਨਿਸ਼ਾਨਾ ਹੈ। ਉਹ ਨਿਸ਼ਾਨਾ ਕੀ ਹੈ ਕਿ ਅਸੀਂ ਨਾ ਇੱਧਰ ਹੱਥ ਨਹੀਂ ਕਿਸੇ ਤੇ ਚੁੱਕ ਸਕਦੇ। ਪੈਰਾਂ ਦੇ ਪਏ ਹੁੰਦੇ ਆ ਕੜੇ, ਇਹ ਇਸ ਲਈ ਪਏ ਹੁੰਦੇ ਆ ਕਿ ਕਿਸੇ ਗੈਰ ਐਸੀ ਜਗ੍ਹਾ ਤੇ ਗੈਰ ਕਾਨੂੰਨੀ ਐਸਾ ਅਮਲ ਨਹੀਂ ਕਰਨਾ ਹੈ। ਤੇ ਬਹੁਤ ਜ਼ਿਆਦਾ ਰੰਗ ਬਰੰਗੇ ਲੋਕ ਆ ਕੇ ਚਰਚ ਤੇ ਬੂਟੀਆਂ ਤੇ ਸ਼ਰਾਬਾਂ ਸਰੇਆਮ ਹੀ ਚੱਲ ਰਹੀਆਂ। ਮੇਰੀ ਇੱਕ ਗੱਲ ਸੁਣੋ, ਜਿਹੜੇ ਪਾਕ ਨਬੀ ਸਰਕਾਰ ਨੇ ਫਰਮਾਤਾ ਨੇ ਇਹ ਹਰਾਮ ਹੈ, ਉਹ ਹਰਾਮ ਹੈ। ਕਿਹੜਾ ਪੀਰ ਕਹਿੰਦਾ ਕਿ ਨਸ਼ੇ ਕਰੋ? ਨਹੀਂ, ਪੀਰ ਨਮਾਜ਼ ਦੀ ਕੁਰਾਨ ਦੀ ਹਦਾਇਤ ਦੇਗਾ। ਪਾਕ ਨਬੀ ਦਾ ਫਰਮਾਨ ਹੈ ਕਿ ਪਰਦੇਸੀਆਂ ਨਾਲ ਪਿਆਰ ਕਰੋ। ਅਸੀਂ ਪ੍ਰਦੇਸ਼ 'ਚ ਤੁਹਾਡੇ ਕਿੱਥੇ ਮੁਲਤਾਨ ਸ਼ਹਿਰ 'ਚ ਇੱਥੇ ਆਏ ਆ, ਤੇ ਤੁਸੀਂ ਜੇ ਸਾਡੇ ਨਾਲ ਤਾਮੁਲ ਨਹੀਂ ਕਰ ਸਕਦੇ ਕਿਸੇ ਕਿਸਮ ਦਾ ਵੀ, ਤੇ ਸਾਨੂੰ ਕੋਈ ਹੁੱਬੇ ਮੁਬੈਦ ਹੀ ਪੁੱਛ ਸਕਦੇ ਯਾਰ ਸਬੀਲ ਕਰ ਲਵੋ ਜਾਂ ਇਹ ਕਰ ਲਵੋ, ਜਾਂ ਬੰਦਾ ਅਖਲਾਕੀ ਪੁੱਛ ਲੈਂਦਾ ਹੈ। ਲੇਕਿਨ ਨਹੀਂ, ਉਹਨੇ ਆਂਦਿਆ ਸਾਨੂੰ ਨਮਾਜ਼ ਸੁਣਾਓ, ਇਹ ਸੁਣਾਓ, ਫਲਾਨ ਸੁਣਾਓ। ਇਹ ਚੀਜ਼ਾਂ ਠੀਕ ਹੈ, ਤੂੰ ਕੁਛ ਨਹੀਂ ਹੈ। ਉਹਨਾਂ ਲੋਕਾਂ ਨੂੰ ਪੁੱਛ ਇੱਧਰ ਜਿਹੜੇ ਕਾਫਰ ਲੋਕ ਨੇ, ਮੁਨਾਫਕ ਲੋਕ ਨੇ, ਇਹ ਤੇ ਉਹਨਾਂ ਦੇ ਨਾਂ ਤੋਂ ਵਿਕੇ ਹੋਏ ਨੇ। ਇਹ ਕਿਹੜੇ ਲੋਕ ਨੇ ਜਿਹੜੇ 5-12 ਦੇ ਨਾਂ ਤੋਂ ਵਿਕੇ ਹੋਏ ਨੇ? ਇਹਨਾਂ ਨੇ ਉਹਨਾਂ ਦੇ ਜਦੋਂ ਕਿਰਦਾਰ ਸੁਣਿਆ ਨਾ ਪਾਕਾਂ ਦੇ ਨਾਲ, ਇਹ ਜ਼ੁਲਮ ਹੋਏ ਨੇ, ਇਹਨਾਂ ਘਰ ਹੀ ਛੱਡ ਛੱਡੇ ਨੇ। ਇਹ ਆਸ਼ਿਕ ਲੋਕ ਹੁੰਦੇ ਨੇ, ਇੱਧਰ ਆਸ਼ਿਕ ਕਮਲੇ ਰਮਲੇ ਹੁੰਦੇ ਨੇ, ਉਹਨਾਂ ਨੂੰ ਨਹੀਂ ਖਬਰ ਹੁੰਦੀ ਕਿਸੇ ਕਿਸਮ ਦੀ ਵੀ ਮਤ ਹੈ। ਤੇ ਇਸ਼ਕ ਵਾਲਾ ਹੁਣ ਉਹਦੇ ਤੇ ਤੂੰ ਸ਼ਰੀਅਤ ਦੇ ਸਵਾਲ ਕਰੇਗਾ? ਨਹੀਂ, ਪਹਿਲੇ ਉਹਦਾ ਵੇਖਤੇ ਸੀ ਬੇਸ ਵੇਖ ਕਿ ਮੈਂ ਇਹਦੇ ਤੇ ਜਿਹੜਾ ਸਵਾਲ ਕਰ ਰਿਹਾ ਇਹਦੇ ਤੇ ਲੱਗਦਾ ਹੈ ਜਾਂ ਬਾਬਾ ਜੀ। ਅੱਛਾ, ਇੱਕ ਹੋਰ ਗੱਲ ਹੈ, ਮੈਂ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਨਾ ਮਤਲਬ। ਅੱਛਾ ਬਾਬਾ ਜੀ, ਇਹ ਤੁਸੀਂ ਇੰਨਾ ਜਿਹੜਾ ਪਾਇਆ ਹੋਇਆ ਹੈ, ਇਹ ਕੀ ਸਿਸਟਮ? ਹਰ ਚੀਜ਼ ਦੱਸਾਂਗਾ। ਹੁਣ ਇਹ ਕੜੇ ਪਏ ਆ ਨਾ, ਅਸੀਂ ਇਹਦਾ ਰੀਜ਼ਨ ਹੈਗਾ ਇਹ ਦੇ ਨਾ, ਹੁਣ ਪੁੱਛਿਆ ਨਾ ਮੈਂ ਤੈਨੂੰ ਦੱਸਾਂਗਾ। ਇਹ ਹੁਣ ਅਸੀਂ ਇਹ ਇਸ ਲਈ ਪਾਇਆ ਹੈ, ਇਹਦਾ ਇੱਕ ਨਿਸ਼ਾਨਾ ਹੈ। ਉਹ ਨਿਸ਼ਾਨਾ ਕੀ ਹੈ ਕਿ ਅਸੀਂ ਨਾ ਇੱਧਰ ਹੱਥ ਨਹੀਂ ਕਿਸੇ ਤੇ ਚੁੱਕ ਸਕਦੇ। ਕੀ ਨਹੀਂ ਚੁੱਕ ਸਕਦੇ? ਕੈਦੀ ਹਾਂ। ਆਪਣੇ ਆਪ ਨੂੰ ਕੀ ਬਣਾਇਆ? ਕੈਦੀ ਦੀ ਬਨਿਸ਼ਤ ਕੀ ਹੁੰਦੀ ਹੈ ਕਿ ਉਹਨੂੰ ਜਿਹੜਾ ਮਰਜ਼ੀ ਚੰਡ ਮਾਰੇ, ਜਿਹੜਾ ਮਰਜ਼ੀ ਜੋ ਉਹ ਨਹੀਂ ਗੱਲ ਕਰਦਾ, ਉਹ ਨਹੀਂ ਗੱਲ ਕਰਦੀ। ਇਹ ਇਸ ਲਈ ਅਸੀਂ ਇੰਨੇ ਹੱਥ ਨਹੀਂ ਚੁੱਕ ਸਕਦੇ। ਦੂਸਰੇ ਇਹ ਜਿਹੜੇ ਪੈਰਾਂ ਦੇ ਪਏ ਹੁੰਦੇ ਆ ਕੜੇ, ਇਹ ਇਸ ਲਈ ਪਏ ਹੁੰਦੇ ਆ ਕਿ ਕਿਸੇ ਗੈਰ ਐਸੀ ਜਗ੍ਹਾ ਤੇ ਗੈਰ ਕਾਨੂੰਨੀ ਐਸਾ ਅਮਲ ਨਹੀਂ ਕਰਨਾ ਹੈ। ਉੱਥੇ ਟੁਰ ਕੇ ਨਹੀਂ ਜਾ ਸਕਦਾ। ਹਾਂਜੀ, ਕਿ ਨਿਗਾਹਾਂ ਦੇ ਨੋਹਾਂ ਦੇ ਉੱਤੇ ਨਹੀਂ ਦੇਖ ਸਕਦਾ, ਨਾ ਇੱਧਰ ਨਾ ਇੱਧਰ। ਇਹ ਚੀਜ਼ਾਂ ਤੇ ਜੇ ਪਹਿਰਾ ਦਿੱਤਾ ਤੇ ਫਿਰ ਪਾਉਣ ਦਾ ਹੱਕਦਾਰ ਹੈ। ਨਹੀਂ ਤੇ ਨੈਵਰ। ਸਾਰੇ ਜੇ ਸਾਡੇ ਚੌਥੇ ਇਮਾਮ ਜ਼ੈਨੁਲ ਆਬਦੀਨ ਨੂੰ ਨਾ ਸ਼ਿਮਰਾ ਨੇ ਪਵਾਈ ਸੀ, ਲਾਂਤੀਆਂ ਨੇ ਕੈਦੀ ਕੀਤਾ ਸੀ, ਤੇ ਇਮਾਮ ਕਈ ਸਾਲ ਖੂਨ ਦੇ ਰਾਤ ਹੁੰਦੇ ਰਹੇ ਨੇ ਜ਼ੇਵਰ ਪਾ ਕੇ ਲੋਹੇ ਦਾ। ਇਹ ਉਹਨਾਂ ਦੇ ਨਾ ਇੱਕ ਲਾ ਲਓ ਕਿ ਨਿਸਬਤ 'ਚ ਪਾਏ ਜਾਂਦੇ ਆ, ਜਾਂ ਉਹਨਾਂ ਦੇ ਜਨੂਨ 'ਚ ਪਾਏ ਜਾਂਦੇ ਆ, ਤੇ ਹੋਰ ਫਿਰ ਉਹ ਅਮਲ ਕਰਨੇ ਪੈਂਦੇ ਨੇ। ਅਮਲ ਵੀ ਤੇ ਫਿਰ ਜ਼ਾਹਿਰ ਹੈ ਫਿਰ ਕਰਨਾ ਪੈਂਦਾ ਨਾ। ਤੇ ਜੇ ਉਹ ਅਮਲ ਨਹੀਂ ਕਰ ਸਕਦਾ ਤੇ ਫਿਰ ਨਹੀਂ ਇਹ ਪਾ ਸਕਦਾ। ਬਾਬਾ ਜੀ, ਉਹਨਾਂ ਦਾ ਤੇ ਅਮਲ ਬਹੁਤ ਹੀ ਉੱਚਾ ਹੈਗਾ ਸੀ ਨਾ। ਉਹਨਾਂ ਨੇ ਤੇ ਸਜਦੇ 'ਚ ਹੀ ਸਮਝੋ ਸਿਰ ਦਿੱਤਾ। ਸੁਭਾਨ ਅੱਲਾ ਜੀ। ਤੇ ਅਸੀਂ ਜੇ ਇੱਕ ਵੀ ਸਜਦਾ ਆਪਣੇ ਰੱਬ ਨੂੰ ਨਾ ਕਰੀਏ ਤੇ ਫਿਰ ਅਸੀਂ ਕੀ ਅੰਦਰ ਨਮਾਜ਼ ਵਾਜਬ ਹੈ, ਹਰ ਬੰਦੇ ਦੇ ਵਾਜਬ ਹੈ। ਲੇਕਿਨ ਸਾਨੂੰ ਕਿਹਾ ਗਿਆ ਪੁੱਤਰ ਪਹਿਲੇ ਨਮਾਜ਼ ਕਾਇਮ ਕਰੋ। ਕਾਇਮ ਕੀ ਹੈ? ਪਾਕ ਨਬੀ ਨੇ ਫਰਮਾਇਆ ਕਿ ਝੂਠ ਨਹੀਂ ਬੋਲੇ, ਇਸ ਚੀਜ਼ ਤੇ ਕਾਇਮ ਹੋਵੋ, ਗੀਬਤ ਨਹੀਂ। ਇਹ ਇਹਨਾਂ ਚੀਜ਼ਾਂ ਤੇ ਕਾਇਮ ਹੋਵੋਗੇ ਨਾ ਤੇ ਫਿਰ ਬੰਦਾ ਨਮਾਜ਼ ਇੱਕ ਹੀ ਟਾਈਮ 5 ਰੱਖੇ ਨੇ। ਦੇਖੋ ਬਾਬਾ ਜੀ, ਜਦੋਂ ਦੇਰ ਤੱਕ ਬੰਦਾ ਝੂਠ ਬੋਲਣਾ ਨਹੀਂ ਛੱਡਦਾ ਤੇ ਬੰਦਾ ਨਮਾਜ਼ ਨਾ ਪੜ੍ਹੇ। ਮੈਂ ਚਲੋ ਇੱਕ ਪੜ੍ਹ ਲਓ, ਦੋ ਪੜ੍ਹ ਲਓ, ਛੋਟੀ ਜਗ੍ਹਾ ਝੂਠ ਵੀ। ਜਦੋਂ ਅੱਲਾ ਨੂੰ ਸਜਦਾ ਕਰੋਗੇ ਤੇ ਅੱਲਾ ਤੇ ਫਿਰ ਕਾਦਰ ਹੈਗਾ। अल्लाह ताला कहता है झुक जाओ झुकने वालों के साथ, झुक जाओ झुकने वालों के साथ। ਹੁਣ ਇੱਕ ਟਾਈਮ ਅੱਲਾਹ ਤਾਲਾ ਕਹਿ ਰਿਹਾ ਮੇਰੇ ਤੋਂ ਬਗੈਰ ਸਜਦਾ ਨਹੀਂ ਹੈ, ਤੇ ਇੱਕ ਟਾਈਮ ਆਦਮ ਨੂੰ ਸਜਦਾ ਨਹੀਂ ਕਰਦਾ ਤੇ ਉਹਨੂੰ ਤੋਕ ਪਾ ਦਿੰਦਾ ਪਿਆ ਹੈ। ਲੇਕਿਨ ਉਹ ਇਹ ਨਹੀਂ ਸਮਝਦਾ ਕਿ ਉਹ ਵੀ ਜ਼ਬਾਨ ਅੱਲਾਹ ਦੀ ਸੀ ਤੇ ਉਹ ਵੀ ਜ਼ਬਾਨ ਅੱਲਾਹ ਦੀ ਸੀ। ਹੁਕਮਦੁਲੀ ਕੀਤੀ ਨਾ, ਅੱਲਾਹ ਦਾ ਹੁਕਮ ਕੀ ਕਿ ਉਹਨੂੰ ਮਾਣ ਕੀਤਾ ਕਿ ਮੈਂ ਇੰਨਾ ਇਲਮ ਰੱਖਣਾ, ਇਹ ਰੱਖਣਾ, ਮੇਰੇ ਸਾਹਮਣੇ ਇਹਨੂੰ ਮੁਸੱਲਤ ਕੀਤਾ। ਉੱਥੇ ਵੀ ਨਾ ਮੇਰੇ ਤੇ ਨੁਕਤੇ ਰੱਖੇ ਗਏ, ਸ਼ਰਾਇਤ ਰੱਖੀ ਗਈ। ਆਖਿਆ ਠੀਕ ਹੈ, ਇਹ ਜੰਨਤ ਦੇ ਜਿੰਨੇ ਮੇਵੇ ਨੇ, ਫਲ ਨੇ, ਇਹਨਾਂ ਦੇ ਨਾਂ ਦੱਸ ਦੇ। ਸਾਰੇ ਫਰਿਸ਼ਤੇ ਬੁਲਾਏ, ਵਿੱਚ ਸ਼ੈਤਾਨ ਵੀ ਨਹੀਂ ਦੱਸ ਸਕੇ, ਮਾਲੂਮਾਤ ਹੀ ਨਹੀਂ ਸੀ, ਦਿੱਤੀ ਨਹੀਂ ਸੀ। ਮੇਰੇ ਬਾਬੀ ਮੈਨੂੰ ਇਹ ਦੱਸੋ ਕਿ ਜਦੋਂ ਦਾਤਾ ਸਾਹਿਬ ਦਾ ਮੇਲਾ ਆਉਂਦਾ ਹੈ ਤੇ ਬਹੁਤ ਜ਼ਿਆਦਾ ਰੰਗ ਬਰੰਗੇ ਲੋਕ ਆ ਕੇ ਚਰਚ ਤੇ ਬੂਟੀਆਂ ਤੇ ਸ਼ਰਾਬਾਂ ਸਰੇਆਮ ਹੀ ਚੱਲ ਰਹੀਆਂ। ਮੇਰੀ ਇੱਕ ਗੱਲ ਸੁਣੋ, ਜਿਹੜੇ ਪਾਕ ਨਬੀ ਸਰਕਾਰ ਨੇ ਫਰਮਾਤਾ ਨੇ ਇਹ ਹਰਾਮ ਹੈ, ਉਹ ਹਰਾਮ ਹੈ। ਉਹ ਇੰਨੀ ਕੋਈ ਨਹੀਂ ਤਾਕਤ ਰੱਖ ਸਕਦਾ ਕਿ ਜਿਹੜਾ ਹਰਾਮ ਨੂੰ ਹਲਾਲ ਕਰ ਜਾਣੇ ਹੈ। ਤੇ ਲੇਕਿਨ ਬਾਕੀ ਤੇ ਜਿਹੜੇ ਪੀਰ ਨੇ ਉਹ ਕਹਿੰਦੇ ਨੇ ਜੀ ਸਾਡੇ ਪੀਰਾਂ ਨੇ ਸਾਨੂੰ ਦਿੱਤੀ। ਨਹੀਂ, ਸਾਡੇ ਪੀਰ ਕਹਿੰਦੇ ਨੇ ਪੀਓ ਤੇ ਮੋਜਾ ਮਾਰੋ। ਇਹ ਪੀਰਾਂ ਨੇ, ਕਿਹੜਾ ਪੀਰ ਕਹਿੰਦਾ ਕਿ ਨਸ਼ੇ ਕਰੋ? ਨਹੀਂ, ਪੀਰ ਨਮਾਜ਼ ਦੀ ਕੁਰਾਨ ਦੀ ਹਦਾਇਤ ਦੇਗਾ। ਪਾਕ ਨਬੀ ਸਰਕਾਰ ਨੇ ਨਾ 2 ਚੀਜ਼ਾਂ ਦੇ ਬਾਰੇ ਫਰਮਾਇਆ, ਇੱਕ ਮੇਰੀ ਆਲ ਨੂੰ ਮਜ਼ਬੂਤੀ ਨਾਲ ਥਾਮੀ ਰੱਖਣਾ, ਇੱਕ ਮੇਰੇ ਕੁਰਾਨ ਨੂੰ। ਤੇ ਆਲ ਦੇ ਕਰਬਲਾ 'ਚ ਦੁਸ਼ਮਣ ਹੋ ਗਏ ਸਾਰੇ ਜਿਹੜੇ ਸੀ ਨਾ, ਇੱਧਰ ਕਲਮਾ ਕੋਈ ਸੀ, ਕਹਿੰਦੇ ਸੀ ਛੇਤੀ ਛੇਤੀ ਪਾਕ ਹੁਸੈਨ ਨੂੰ ਸ਼ਹੀਦ ਕਰੋ, ਜੁਮੇ ਦੀ ਨਮਾਜ਼ ਦਾ ਟਾਈਮ ਹੋ ਰਿਹਾ ਹੈ। ਹਾਂਜੀ,
ਐਸੇ ਲੋਕ ਵੀ ਸਨ ਵਿੱਚ। ਅੱਛਾ ਬਾਬਾ ਜੀ ਇੰਨਾ ਜ਼ਿਆਦਾ ਵਜ਼ਨ ਤੁਸੀਂ ਕਿਸ ਤਰ੍ਹਾਂ ਬਰਦਾਸ਼ਤ ਕਰਦੇ ਮੈਨੂੰ ਇਹ ਦੱਸੋ। ਅੱਗੇ ਵੀ ਉਹ ਭਾਈ ਆਇਆ ਸੀ ਨਾ, 5-6-7 ਕਿਲੋ ਤੂੰ ਉਸ ਭਾਈ ਨਾਲੋਂ ਨਾ ਤੇਰਾ ਲਹਿਜਾ ਤੇਰੀ ਬਾਤ ਮੈਨੂੰ ਬਹੁਤ ਖਲਾਇਆ ਵੇ ਨਾ, ਸਾਡਾ ਦਿਲ ਖੁਸ਼ ਕਰ ਰਿਹਾ ਹੈ। ਇੱਕ ਖੁਦਾ ਦੀ ਖੁਦਾਈ ਦੇ ਵਿੱਚ ਇੱਕ ਬੰਦਾ ਤੂੰ ਰਾਜ਼ੀ ਕਰ ਦਿੱਤਾ ਨਾ, ਪੂਰੀ ਖੁਦਾ ਦੀ ਖੁਦਾਈ ਰਾਜ਼ੀ ਹੋ ਗਈ ਤੇ ਸਾਡਾ ਤੇਰੇ ਤੇ ਖੁਸ਼ ਹੋ ਰਿਹਾ ਦਿਲ। ਕੀ ਪੁੱਛ ਰਹੇ ਸੀ, ਕਿਆ ਵਜ਼ਨ? ਬਹੁਤ ਜ਼ਿਆਦਾ ਤੁਸੀਂ ਜੋ ਪਾਇਆ, ਕਿਸ ਤਰ੍ਹਾਂ ਤੁਸੀਂ ਟੁਰਦੇ ਫਿਰਦੇ ਵੀ ਹੋਗੇ, ਸੌਂਦੇ ਵੀ ਹੋਗੇ ਜ਼ਾਹਰ ਹੈ ਵੇਟ ਬਹੁਤ ਨਾ ਨਾ ਇੱਧਰ ਤੈਨੂੰ ਮੈਂ ਇੱਥੇ ਵਾਹਨਾ, ਮੈਂ ਇੰਜ ਵਿੱਚ ਵੜ ਗਏ ਨੇ, ਜ਼ਖਮ ਕਰ ਗਏ ਨੇ। ਉਹ ਜਿਹੜੀ ਉਸ ਟਾਈਮ ਦਾ ਉਹ ਉਹਦਾ ਚੁੱਭਣਾ ਚੋਭ ਪੈਣੀ, ਉਹ ਜਿਹੜੀ ਲਜ਼ਤ ਹੈ ਨਾ ਬਸ ਉਹ ਮਹਿਸੂਸ ਕਰਨੇ ਆ। ਉਹ ਕਿਉਂ ਨਜ਼ਰੀਆ ਰੱਖ ਕੇ, ਉਹ ਵੀ ਨਿਸ਼ਾਨਾ ਰੱਖ ਕੇ ਮਹਿਸੂਸ ਕਰਨੇ ਆ। ਉਹ ਇਸ਼ਕ ਤੈਨੂੰ ਮੈਂ ਦੱਸਣਾ ਕਿਹੜਾ ਇਸ਼ਕ ਹੈਗਾ। ਫਿਰ ਉਹ ਜਦੋਂ ਬੀਬੀਆਂ ਕਰਬਲਾ ਦੇ ਵਿੱਚੋਂ ਸ਼ਾਮ ਕੂਫੇ ਆਈਆਂ ਨਾ, ਕਿਸੇ ਬੀਬੀ ਦਾ ਕੱਦ ਨੀਵਾਂ ਸੀ, ਕਿਸੇ ਦਾ ਉੱਚਾ ਸੀ, ਤੇ ਉਹ ਜਿਹੜਾ ਲਾਂਤ ਜਜ਼ੀਦ ਤੋਕ ਸੀ ਉਹਨੇ ਤੋਕ ਪਾਏ ਸੀ, ਇੱਕ ਜੈਸੇ ਪਏ ਸੀ। ਕਿਸੇ ਬੀਬੀ ਦਾ ਪੈਰ ਸਜਦਾ ਬਾਦਸ਼ਾਹ ਕੋਲੋਂ ਸੁਣੀ ਹੈ ਮੈਂ, ਕਿੱਸਾ ਸੁਣਿਆ ਸੀ, ਤੇ ਉਹ ਪੈਰ ਘਿਸਰਦੇ ਸੀ ਤੇ ਉਹ ਖੂਨ ਵਜਦ ਜਾਰੀ ਹੋ ਜਾਂਦਾ, ਵਰਮ ਪੈ ਗਏ, ਖੂਨ ਜਾਰੀ ਹੋ ਗਿਆ ਜੀ। ਉਹ ਫਿਰ ਕਲੰਦਰ ਕਿਬਰੀਆ ਸਰਕਾਰ ਨੇ ਰਕਸ ਕੀਤਾ ਹੈ। ਤੁਸੀਂ ਵੀ ਕਿਤਾਬਾਂ ਵੀ ਪੜ੍ਹੀਆਂ, ਪੜ੍ਹੇ ਲਿਖੇ ਜੇ, ਨੌਲੇਜ ਰੱਖਦੇ ਜੇ, ਤੇ ਉਨੀ ਦੇਰ ਤੱਕ ਰਕਸ ਬੰਦ ਨਹੀਂ ਸੀ ਕਰਦੇ ਜਿੰਨੀ ਦੇਰ ਤੱਕ ਬੇਹੋਸ਼ ਨਹੀਂ ਸੀ ਹੋ ਜਾਂਦੇ। ਕਿ ਬੇਹੋਸ਼ ਵਾਲੀ ਵਜ੍ਹਤ ਐਸੀ ਹੁੰਦੀ ਹੈ ਕਿ ਮੌਤ ਦਾ ਦੂਸਰਾ ਰੂਪ ਹੁੰਦਾ ਬੇਹੋਸ਼ੀ। ਹਾਂਜੀ ਮਤਲਬ ਉਹਨਾਂ ਦੀ ਨਿਸਬਤ ਨਾਲ ਹੈਗੇ ਨੇ ਸਾਰੇ ਦਰਦ ਜਿਹੜਾ ਬਰਦਾਸ਼ਤ। ਹਾਂਜੀ, ਤੇ ਇਹ ਜਿਹੜੇ ਆ ਨਾ ਇੱਧਰ ਇਹ ਕਹਿੰਦੇ ਨਾ ਡੰਗਰਾਂ ਨੂੰ ਪਾਏ ਨੇ, ਇਹਨੂੰ ਪਤਾ ਹੀ ਨਹੀਂ ਹੈ। ਹਾਂਜੀ, ਇਹ ਪਹਿਲੇ ਢੋਲ ਧਮਾਕੇ ਨਹੀਂ ਸੀ ਹੁੰਦੇ। ਇਹ ਜਦੋਂ ਜੰਗ ਦੇ ਦਰਮਿਆਨ ਜਦੋਂ ਫਤਹ ਹੁੰਦੀ ਸੀ, ਜਦੋਂ ਲਸ਼ਕਰ ਇਕੱਠਾ ਕਰੀਦਾ ਸੀ, ਉਦੋਂ ਫਿਰ ਇਹ ਚੀਜ਼ਾਂ ਖੜਕਾਈਆਂ ਜਾਂਦੀਆਂ ਸੀ, ਇਹ ਚੀਜ਼ਾਂ ਵਜਾਈਆਂ ਜਾਂਦੀਆਂ ਸਨ। ਕੀ ਹੁੰਦੀਆਂ ਸੀ ਉਦੋਂ, ਇੰਨਾ ਐਕਟੀਵੇਟ ਦੌਰ ਨਹੀਂ ਸੀ ਹੈ ਉਦੋਂ, ਪੁਰਾਣਾ ਦੌਰ ਹੈ। ਹਾਂਜੀ, ਉਦੋਂ ਫਿਰ ਇਹ ਚੀਜ਼ਾਂ ਨਾਲ ਜਿਹੜੇ ਨੇ ਇਹ ਅਮਲ ਕੀਤੇ ਜਾਂਦੇ ਸੀ ਕਿ ਇਹ ਵਜਾ ਟੱਲ ਖੜਕਿਆ, ਇਹ ਜੀ ਫਤਹ ਹੋ ਗਈ ਹੈ ਜੀ, ਇਹ ਖੜਕਿਆ। ਆਖਰੀ ਤੁਹਾਡੇ ਨਾਲ ਥੋੜੀ ਹੋਰ ਗੱਲ ਕਰਾਂਗਾ, ਉਹ ਲੋਕਾਂ ਵਾਸਤੇ ਤੁਹਾਡਾ ਕੀ ਪੈਗਾਮ ਹੈ ਜਿਹੜੇ ਜਾਲੀ ਬਾਬੇ ਬਣ ਕੇ ਗੁੰਮਰਾਹ ਕਰ ਰਹੇ ਨੇ ਸਾਰੇ? ਇੱਧਰ ਝੂਠੇ ਦੇ ਖੁਦਾ ਦੀ ਲਾਣੇ ਤੇ ਉਹਦੀ ਠੱਗੀ ਕਰੇਗਾ, ਇੱਕ ਦਫਾ ਕਰੇਗਾ, ਬਾਰ-ਬਾਰ ਤੇ ਨਹੀਂ ਨਾ ਕਰੇਗਾ। ਇੱਕ ਤੋਂ ਮੈਂ ਠੱਗੀ ਕਰ ਜਾਵਾਂਗਾ, ਦੁਬਾਰਾ ਇੱਥੇ ਆਵਾਂਗਾ ਨਹੀਂ। ਸਾਧੂ ਮੈਂ ਤੈਨੂੰ ਦੱਸਣਾ ਹੁਣ ਇਹਨਾਂ ਦੇ ਬਾਰੇ ਡਿਫੀਨੇਸ਼ਨ ਦੇ ਨਾਮ ਮਲੰਗਾ ਪੀਰਾਂ ਫਕੀਰਾਂ ਦੇ ਬਾਰੇ। ਸਾਧੂ ਹੁੰਦਾ ਹੈ ਜਿਹੜਾ ਸਿੱਧਾ ਹੋਵੇ। ਕੀ ਹੋਵੇ? ਕੋਈ ਵੱਲ, ਕੋਈ ਫਰੇਬ, ਕੋਈ ਠੱਗੀ, ਕੋਈ ਝੂਠ, ਕੋਈ ਉਹਦੇ ਵਿੱਚ ਐਸੀ ਬਾਤ ਨਾ ਹੋਵੇ, ਉਹ ਸਾਧੂ ਹੈ। ਫਿਰ ਉਹਨੂੰ ਸੰਤ ਮਿਲ ਜਾਂਦੀ ਹੈ ਤੈਨੂੰ ਸੰਤ ਮਿਲ ਦਿੱਤੀ, ਉਹ ਗੁਰੂ ਦਾ ਲਾਲ ਬਣ ਜਾਂਦਾ। ਤੇ ਜਿਹੜਾ ਮਲੰਗ ਹੈ ਨਾ, ਉਹਦੀ ਜਿਹੜੀ ਡਿਫੀਨੇਸ਼ਨ ਹੈ ਨਾ, ਮਲੰਗ ਉਹਨੂੰ ਕਿਹਾ ਜਾਂਦਾ ਜਿਹਨੇ ਮਾਂ ਦਾ ਲੰਗ ਰੱਖਿਆ ਹੈ। ਜਿੱਥੋਂ ਨਿਕਲਿਆ ਨਾ ਉੱਥੇ ਅਮਲ ਨਹੀਂ ਕੀਤਾ ਤੇ ਉਹ ਮਲੰਗ ਹੈ ਪੂਰੇ ਦਿਨਾਂ ਦਾ, ਨਹੀਂ ਤੇ ਫਿਰ ਉਹ ਤੰਗ ਹੈ ਘਰੋਂ ਬਾਹਰੋਂ। ਤੇ ਫਕੀਰ ਫਕਤ ਅੱਲਾ ਦੀ ਜ਼ਾਤ ਹੈ। ਕੀ ਹੈ? ਹਾਂ, ਤੇ ਜਾਂ ਫਿਰ ਮੌਲਾ ਹੁਸੈਨ ਹੈ ਜਿਹਨੇ ਅੱਲਾ ਦੀ ਰਾਹ ਤੇ ਬੱਚੇ ਵੀ ਦੇਤੇ ਨੇ। ਹਾਂਜੀ, और कोई फ़कीर नहीं हो सकता। हो गया बाबा। ये नादरीन, ये थी सारी सिचुएशन, आपको हमने सारी जो चीज़ें दिखाई हैं, इसमें आप अपनी राय से में ज़रूर आगाह कीजिएगा। तब तक अपने मेज़बान को दीजिए इजाज़त। अल्लाह ने